ਜਥੇਬੰਦੀਆਂ ਜਿਹੜੀਆਂ ਸਾਡੀਆਂ ਉਹਨਾਂ ਦੇ ਆਗੂਆਂ ਨੂੰ ਲੱਗਦਾ ਵੀ ਮੈਂ ਕੋਈ ਵੱਖਰੀ ਗੱਲ ਕਰਦਾ ਤੇ ਉਹਨਾਂ ਨੇ ਫਿਰ ਬਿਆਨ ਵੀ ਦਿੱਤਾ ਵੀ ਮੈਨੂੰ ਸਟੇਜ ਦੇ ਕੋਲੇ ਵੀ ਨਹੀਂ ਆਉਣ ਦੇਣਗੇ। ਤੁਹਾਡੀ ਸਟੇਜ ਤੁਸੀਂ ਕੌਣ ਹੁੰਦੇ ਹੋ ਸਟੇਜ ਦੇ ਮੇਰੇ ਕੋਲੇ ਆਉਣ ਦੇਣਾ ਜਾਂ ਨਹੀਂ ਆਉਣ ਦੇਣ ਵਾਲੀ। ਅਗਲੀ ਗੱਲ ਜਿਹੜੀ ਇੱਕ ਬੜੀ ਇੰਪੋਰਟੈਂਟ ਆ ਵੀ ਅਸੀਂ ਇੱਥੇ ਮੇਲੇ 'ਚ ਨਹੀਂ ਬੈਠੇ, ਅਸੀਂ ਜੰਗ 'ਚ ਆ ਹੈ ਨਾ। ਜੰਗ ਦੇ ਕੁਝ ਅਸੂਲ ਹੁੰਦੇ ਆ, ਸੋ ਉਹਨਾਂ ਅਸੂਲਾਂ ਨੂੰ ਸਮਝੀਏ। ਟਰੈਕਟਰ ਮਗਰ 2-2 ਟਰਾਲੀਆਂ ਪਾ ਕੇ ਲਿਆਓ। ਜਿਹੜਾ ਅਸੀਂ ਆਹ ਲੋਹੇ ਦੇ ਟੈਂਕ ਇੱਥੇ ਲਿਆਤੇ ਨਾ, ਜੇ ਮੰਨ ਲਓ ਸਰਕਾਰ ਨੇ ਇਹ ਪੁੱਠੇ ਮੋੜਨੇ ਹੁਣ ਤੇ ਕਿਸਾਨ ਕਹਿਣ ਵੀ ਅਸੀਂ ਨਹੀਂ ਮੁੜਦੇ, ਇਹਨਾਂ ਤੋਂ ਤਾਂ ਇੱਕ ਟਰੈਕਟਰ ਨਹੀਂ ਮੁੜਨਾ, ਸਾਡੇ ਵਾਲੇ 3-3 ਟਰਾਲੀਆਂ ਮੋੜ ਦਿੰਦੇ ਆ। ਸੋ ਇਹਦਾ ਬਾਕਮਾਲ ਆ ਜਿਹੜੇ ਸਾਡੇ ਬੰਦਿਆਂ ਨੇ ਗੱਲ ਕੀਤੀ ਆ ਨਾ, ਉਹ ਮੈਂ ਤੁਹਾਨੂੰ ਦੱਸਿਆ ਇਤਿਹਾਸ ਰਚਿਆ ਗਿਆ। ਹੁਣ ਪੁਰਾਤਨ ਸਮਿਆਂ 'ਚ ਕਹਿੰਦੇ ਹੁੰਦੇ ਸੀ ਨਾ ਵੀ ਸਿੰਘ ਘੋੜਿਆਂ ਦੀਆਂ ਕਾਠੀਆਂ ਤੇ ਕਿਵੇਂ ਸੌਂਦੇ ਸੀ। ਤੁਸੀਂ ਰਾਤ ਨੂੰ ਆ ਕੇ ਆਲਮ ਦੇਖਿਓ, ਇੱਥੇ ਜਦੋਂ ਟਰੈਕਟਰਾਂ ਦੀਆਂ ਕਾਠੀਆਂ ਤੇ, ਇਹ ਤਾਂ ਲੋਹੇ ਦੇ ਘੋੜੇ ਆ। ਦੇਖੋ ਇੰਨੀ ਠੰਡ 'ਚ ਮੱਛਰ ਆਏ ਆ ਵੀ ਜਿਵੇਂ ਪਤਾ ਨਹੀਂ ਸਾਰੇ ਦੇਸ਼ ਦਾ ਮੱਛਰ ਹੀ ਇੱਥੇ ਭੇਜਤਾ ਹੋਵੇ ਉਹਨਾਂ ਨੇ, ਪਰ ਕਿਸੇ ਨੇ ਸੀ ਤੱਕ ਨਹੀਂ ਕੋਈ ਕਰ ਰਿਹਾ। ਐਂ ਪਏ ਹੁੰਦੇ ਆ ਜਿਵੇਂ ਮਖਮਲ ਦੇ ਗਦੈਲਿਆਂ ਤੇ ਪਏ ਆ। ਇੱਥੇ ਤਵੀਆਂ ਰੱਖ ਕੇ ਇੱਥੇ ਚੁੱਲ੍ਹੇ ਬਣਾ ਕੇ ਰੋਟੀਆਂ ਖਾਈ ਜਾਂਦੇ ਆ, ਗਾਜਰ ਮਟਰ ਖਾ ਲੈਂਦੇ ਆ, ਕਦੇ ਦਾਲ ਬਣ ਜਾਂਦੀ ਆ। ਇਹ ਤੀਜੀ ਤਾਂ ਸਾਡੇ ਕੋਲੇ ਸਬਜ਼ੀ ਵੀ ਹੈ ਨਹੀਂ। ਤਾਂ ਜਿਹੜੇ ਸਾਡੇ ਵਾਲੇ ਆ ਨਾ, ਉਹਨਾਂ ਦਾ ਹਿਸਾਬ ਕਿਤਾਬ ਲਾਉਣਾ ਇਹਨਾਂ ਦੇ ਕੋਲੇ ਹੈ ਨਹੀਂ, ਵੱਸ ਦੀ ਗੱਲ ਨਹੀਂ ਇਹਨਾਂ ਦੇ। ਹੁਣ ਜਿਹੜੀ ਗੱਲ ਆ ਵੀ ਕੰਗਨਾ ਰਣੌਤ ਕੀ ਕਹਿ ਰਹੀ ਆ, ਹੋਰ ਜਿਹੜੇ ਬੰਬੇ ਫਿਲਮ ਇੰਡਸਟਰੀ ਦੇ ਲੋਕ ਕੀ ਕਹਿ ਰਹੇ ਆ, ਉਹ ਸ਼ੈਲੋ ਲੋਕ, ਇਨਸੈਂਸਿਟਿਵ ਆ, ਉਹ ਹਿਪੋਕ੍ਰੇਟਸ ਆ। ਉਹਨਾਂ ਨੂੰ ਪਤਾ ਹੀ ਨਹੀਂ ਰਿਐਲਿਟੀ ਕਿੱਥੇ ਵੱਸਦੀ, ਉਹਨਾਂ ਨੂੰ ਪਤਾ ਹੀ ਨਹੀਂ ਦੇਸ਼ ਵੱਸਦਾ ਕਿੱਥੇ ਆ, ਇਹਨਾਂ 'ਚ ਜਜ਼ਬਾ ਕੀ ਆ। ਸਾਡੇ ਇੱਕ ਬਜ਼ੁਰਗ ਦਾਦੀ ਲਈ ਕਮੈਂਟ ਕੀਤਾ, ਹੁਣ ਉਸ ਕਮੈਂਟ ਨੂੰ ਹੀ ਪੜ੍ਹ ਲਓ ਤੁਸੀਂ ਵੀ 100-100 ਰੁਪਈਆਂ 'ਚ ਇਹ ਦਾਦੀਆਂ ਮਿਲਦੀਆਂ। ਸੋ ਸਾਡੇ ਨਾਲ ਜੁੜੇ ਨੇ ਦੀਪ ਸਿੱਧੂ। ਸੋ ਦੀਪ, ਲਾਸਟ ਅਸੀਂ ਮਿਲੇ ਸੀ ਸਟੂਡੀਓ ਵਿੱਚ, ਸਟੂਡੀਓ ਤੋਂ ਸ਼ੰਭੂ, ਸ਼ੰਭੂ ਤੋਂ ਦਿੱਲੀ। ਕਿੱਦਾਂ ਦਾ ਰਿਹਾ ਸਫ਼ਰ? ਸਫ਼ਰ ਬਾਕਮਾਲ ਆ ਜੀ। ਗੁਰੂ ਸਾਹਿਬ ਨੇ ਸੇਵਾ ਲਾਈ ਹੋਈ ਆ, ਬਸ ਜਿਵੇਂ ਉਹਨਾਂ ਦਾ ਹੁਕਮ ਹੁੰਦਾ ਉਵੇਂ ਹੀ ਅਸੀਂ ਗਾਂ ਤੁਰੇ ਜਾਂਦੇ ਆ। ਦੀਪ, ਤੁਹਾਡੀ ਸੋਚ ਨਾ ਹਰ ਵਾਰੀ ਅਸੀਂ ਮਿਲਦੇ ਆ ਬਦਲਦੀ ਜਾ ਰਹੀ ਹੈਗੀ ਹੈ। ਤੁਸੀਂ ਜਦ ਸ਼ੰਭੂ ਤੇ ਬੈਠੇ ਤੁਸੀਂ ਕਿਹਾ ਸੀ ਨਹੀਂ ਮੈਂ ਲੰਬੀ ਸੋਚ ਲੈ ਕੇ ਆਇਆ, ਅੱਜ ਸੋਚ ਕਿੱਥੇ ਖੜੀ ਹੈ? ਨਹੀਂ ਜੀ, ਸੋਚ ਤਾਂ ਉੱਥੇ ਹੀ ਖੜੀ ਆ। ਦੇਖੋ ਹਮੇਸ਼ਾ ਹੀ ਮੈਂ ਇਹ ਗੱਲ ਕਰਦਾ ਰਿਹਾ ਦੈਟ ਜਿਹੜੇ ਫਾਰਮ ਹੁਣ ਲਾਜ਼ ਬਣੇ ਆ ਹੈ ਨਾ, ਇਹਨਾਂ ਦੀ ਐਜੀਟੇਸ਼ਨ 'ਚ ਆਪਾਂ, ਪਰ ਇਹ ਜਿਹੜਾ ਕਾਨੂੰਨ ਬਣਿਆ ਜਾਂ ਹੋਰ ਵੀ ਕਾਨੂੰਨ ਬਣਿਆ, ਪਰਾਲੀ ਦਾ ਵੀ ਬਣਾਤਾ, ਇਹ ਕਿਸੇ ਖਲਾ 'ਚੋਂ ਪੈਦਾ ਨਹੀਂ ਹੁੰਦਾ। ਕਾਨੂੰਨ ਇੱਕ ਖਾਸ ਤਰ੍ਹਾਂ ਦੇ ਸਿਸਟਮ ਦੀ ਪੈਦਾਇਸ਼ ਆ, ਤੇ ਉਹ ਸਿਸਟਮ ਨੂੰ ਜਦੋਂ ਤੱਕ ਚੈਲੰਜ ਨਹੀਂ ਕਰਾਂਗੇ, ਜਿੱਥੇ ਬਿਮਾਰੀ ਪਈ ਆ ਉਹਦੀ ਜੜ ਨਹੀਂ ਪੱਟਾਂਗੇ, ਤਾਂ ਇਹ ਸਾਡੇ ਤੇ ਬਾਰ-ਬਾਰ ਉਹ ਕਾਨੂੰਨ ਲਾਗੂ ਹੁੰਦੇ ਰਹਿਣਗੇ। ਇਹਨਾਂ ਕਾਨੂੰਨਾਂ ਨੇ ਪੈਦਾ ਹੁੰਦੇ ਰਹਿਣਾ। ਸੋ ਸਿਸਟਮ ਕੀ ਆ? ਸਿਸਟਮ ਇਹਨੂੰ ਹੁਣ ਸਮਝਣਾ ਇੱਕ ਟੈਕਨੀਕਲ ਗੱਲ ਆ ਇਹ, ਜਾਂ ਉਹ ਬੰਦਾ ਸਮਝ ਸਕਦਾ ਜਿਹਦੇ ਕੋਲੇ ਪੋਲੀਟੀਕਲ ਅਵੇਅਰਨੈਸ ਆ। ਮੈਂ ਆਈ ਥਿੰਕ ਸਾਡੇ ਦਰਸ਼ਕ ਵੀ ਸਮਝਦੇ ਨੇ ਕਿ ਜੇ ਅਸੀਂ ਕਿੱਥੇ ਵੀ ਕਰੀਏ ਇੱਕ ਲੌਬੀ ਹੁੰਦੀ ਹੈ। ਨਹੀਂ ਜੀ, ਲੌਬੀ ਨਹੀਂ, ਨਹੀਂ ਪਾਰਲੀਮੈਂਟ ਵਿੱਚ ਇੱਕ ਇੰਡਸਟਰੀਅਲਿਸਟ ਦੀ ਲੌਬੀ ਹੁੰਦੀ ਹੈ, ਹਰ ਇੰਡਸਟਰੀ ਦੀ ਲੌਬੀ ਹੁੰਦੀ ਹੈ ਜਿਹੜੀ ਤੁਸੀਂ ਆਪਣੇ ਕਾਨੂੰਨ ਨੂੰ ਇਨਫਲੂਐਂਸ ਕਰ ਸਕਦੇ ਹੋ। ਉੱਥੇ ਵੀ ਇਹ ਗੱਲ ਨਹੀਂ ਆ। ਇਹ ਜਿਹੜੀ ਇਹ ਲੌਬੀਜ਼ ਤੋਂ ਵੀ ਪਰਾਂ ਦੀ ਗੱਲ ਆ। ਤੁਸੀਂ ਜਿੰਨੀਆਂ ਮਰਜ਼ੀ ਲੌਬੀਜ਼ ਕ੍ਰੀਏਟ ਕਰ ਲਓ, ਫਿਰ ਵੀ ਮੈਜੋਰਿਟੇਰੀਅਨ ਸਿਸਟਮ ਆ ਨਾ ਜਿਹੜਾ, ਜਾਂ ਮੈਜੋਰਿਟੇਰੀਅਨ ਗਵਰਨਮੈਂਟ ਆ, ਉਹਨਾਂ ਨੇ ਮੈਜੋਰਿਟੀ ਨੂੰ ਹੀ ਸਰਵ ਕਰਨਾ, ਉਹਨਾਂ ਦੇ ਇੰਟਰਸਟ ਸਰਵ ਕਰਨੇ ਆ। ਸੋ ਜਦੋਂ ਤੱਕ ਇਹ ਯੂਨਿਟਰੀ ਫਾਰਮ ਆਫ ਗਵਰਨਮੈਂਟ ਰਹੂਗੀ, ਉਦੋਂ ਤੱਕ ਇਹ ਸਿਸਟਮ ਆਈ ਚੱਲੂਗਾ। ਅਸੀਂ ਇਸ ਕਰਕੇ ਫੈਡਰਲ ਸਟਰਕਚਰ ਨੂੰ ਤਰਜੀਹ ਦੇ ਰਹੇ ਹਾਂ ਵੀ ਹਰ ਸੂਬੇ ਨੂੰ ਉਹਨਾਂ ਦੇ ਫੈਸਲੇ ਲੈਣ ਦੇ ਹੱਕ ਦਿਓ, ਇਕੱਲੇ ਪੰਜਾਬ ਨੂੰ ਨਹੀਂ। ਸੋ ਜਦੋਂ ਤੱਕ ਉਹ ਫੈਡਰਲ ਸਟਰਕਚਰ, ਜਿਹੜੀ ਇੰਡੀਅਨ ਕਨਸਟੀਟਿਊਸ਼ਨ ਸਾਨੂੰ ਕਹਿੰਦੀ ਹੈ ਅਸੀਂ ਫੈਡਰਲ ਸਟਰਕਚਰ ਦੀ ਗਵਰਨਮੈਂਟ ਆ, ਉਹ ਅਸਲ ਮਾਇਨਿਆਂ 'ਚ ਸਾਡੇ ਕੋਲੇ ਟਰੂ ਫੈਡਰਲ ਸਟਰਕਚਰ ਜਾਂ ਇੱਕ ਸਟਰੋਂਗ ਫੈਡਰਲ ਸਟਰਕਚਰ ਨਹੀਂ ਹੋਊਗਾ, ਉਦੋਂ ਤੱਕ ਅਸੀਂ ਇਹਨਾਂ ਕਾਨੂੰਨਾਂ ਨਾਲ ਜਾਂ ਹੋਰ ਕਾਨੂੰਨਾਂ ਨਾਲ ਜਾਂ ਇਹੋ ਜਿਹੇ ਹੋਰ ਹਾਲਾਤਾਂ ਨਾਲ ਜੂਝਦੇ ਰਹਾਂਗੇ, ਪ੍ਰੋਟੈਸਟ ਉੱਠਦੇ ਰਹਿਣਗੇ। ਸੋ ਸਮੇਂ ਦੀ ਮੰਗ। ਤੁਸੀਂ ਕੀ ਰਾਸ਼ਟਰ ਪੱਧਰ ਦੀ ਮੂਵਮੈਂਟ ਦੇਖ ਰਹੇ ਹੋ, ਕੀ ਦੇਖ ਰਹੇ ਹੋ ਇਸ ਟਾਈਮ? ਇੰਟਰਨੈਸ਼ਨਲ ਮੂਵਮੈਂਟ ਬਣ ਗਈ ਹੈ ਜੀ, ਰਾਸ਼ਟਰ ਨਹੀਂ ਹੈ। ਸਿਰਫ ਕਿਸਾਨਾਂ ਦੇ ਮੁੱਦੇ ਤੇ ਬਣੀ, ਜਿਹੜੀ ਤੁਸੀਂ ਫੈਡਰਲ ਸਟਰਕਚਰ ਦੀ ਗੱਲ ਕਰ ਰਹੇ, ਤੁਸੀਂ ਆਪਣਾ ਆਪ ਕਿੱਦਾਂ ਦੇਖ ਰਹੇ ਹੋ? ਨਹੀਂ ਦੇਖੋ ਇਹੀ ਗੱਲ ਆਪਾਂ ਨੂੰ ਸਮਝਣ ਦੀ ਜ਼ਰੂਰਤ ਆ। ਕਿਸਾਨਾਂ ਦੀ ਮੂਵਮੈਂਟ ਇੰਟਰਨੈਸ਼ਨਲ ਲੈਵਲ ਤੇ ਚਲੀ ਗਈ ਆ।
ਜਿਹਦੇ 'ਚ ਬਹੁਤ ਵੱਡਾ ਇੱਕ ਨੈਰੇਟਿਵ ਥਰੋ ਹੋਇਆ ਵੀ ਫੈਡਰਲ ਸਟਰਕਚਰ ਨੂੰ ਤਰਜੀਹ ਦਿੱਤੀ ਜਾਵੇ, ਕਿਉਂਕਿ ਆਉਣ ਵਾਲੇ ਸਮੇਂ 'ਚ ਇਹ ਮੁੱਦੇ ਪੈਦਾ ਨਾ ਹੋਣ। ਔਰ ਇਹ ਕਿਸੇ ਐਬਸਟ੍ਰੈਕਸ਼ਨ 'ਚ ਗੱਲ ਨਹੀਂ ਹੋ ਰਹੀ, ਇਹ ਬਹੁਤ ਹੀ ਡੈਫੀਨੇਟ ਗੱਲ ਹੋ ਰਹੀ ਆ। ਅੱਜ ਅਸੀਂ ਕਿਸਾਨਾਂ ਦੇ ਕਹਿ ਰਹੇ ਹਾਂ ਕਾਨੂੰਨ ਵਾਪਸ ਲਓ, ਇਹ ਕਹਿ ਰਹੇ ਹਾਂ ਨਾ, ਚਲੋ ਕਾਨੂੰਨ ਵਾਪਸ ਆਪਾਂ ਕਰਾ ਕੇ ਘਰੋਂ ਘਰੀ ਮੁੜ ਜਾਾਂਗੇ, ਪਰ ਕਾਨੂੰਨ ਵਾਪਸ ਲਿਜਾਣ ਤੋਂ ਬਾਅਦ ਵੀ ਤਾਂ ਅਸੀਂ ਕ੍ਰਾਈਸਿਸ 'ਚ ਆ ਨਾ, ਇਹ ਤਾਂ ਸਮਝਣਾ ਪਊ। ਉਹ ਕ੍ਰਾਈਸਿਸ ਖੁਦਕੁਸ਼ੀਆਂ ਦਾ ਤੇ ਕਰਜ਼ਿਆਂ ਦਾ ਸਾਡੇ ਉੱਤੇ ਫੇਰ ਵੀ ਖੜਾ। ਉਹ ਕ੍ਰਾਈਸਿਸ ਪੈਦਾ ਕਿੱਥੋਂ ਹੋਇਆ? ਉਹ ਪੈਦਾ ਉਸ ਪ੍ਰੋਗਰਾਮ 'ਚੋਂ ਹੋਇਆ ਜਾਂ ਉਸ ਖੇਤੀਬਾੜੀ ਦੇ ਮਾਡਲ 'ਚੋਂ ਹੋਇਆ ਜਿਹੜਾ ਯੂਨਿਟਰੀ ਗਵਰਨਮੈਂਟ ਨੇ ਜਾਂ ਸੈਂਟਰ ਗਵਰਨਮੈਂਟ ਨੇ ਸਾਨੂੰ ਦਿੱਤਾ ਸੀ। ਇਹ ਪੰਜਾਬ ਗਵਰਨਮੈਂਟ ਦਾ ਮਾਡਲ ਨਹੀਂ ਆ। ਜਦੋਂ ਤੱਕ ਪੰਜਾਬ ਗਵਰਨਮੈਂਟ ਦਾ ਪੰਜਾਬ ਪੱਖੀ ਮਾਡਲ ਖੇਤੀਬਾੜੀ ਦਾ ਨਹੀਂ ਆਊਗਾ ਤੇ ਲਾਗੂ ਹੋਊਗਾ, ਉਦੋਂ ਤੱਕ ਅਸੀਂ ਇਹਨਾਂ ਹਾਲਾਤਾਂ ਨਾਲ ਜੂਝਦੇ ਰਹਾਂਗੇ। ਇਹ ਗੱਲ ਸਮਝਣ ਦੀ ਆ। ਸੋ ਇਹਦੇ ਵਿੱਚ ਸਿਆਸਤ ਆਣੀ ਪਏਗੀ, ਤੁਹਾਨੂੰ ਸਿਆਸਤ 'ਚ ਕੁਝ ਪਏਗਾ ਹੀ ਪਏਗਾ। ਨਹੀਂ ਦੇਖੋ, ਸਿਆਸਤ 'ਚ ਸਾਨੂੰ ਕੁੱਦਣ ਦੀ ਗੱਲ ਨਹੀਂ ਆਪਾਂ ਕਰ ਰਹੇ। ਸਾਡੇ ਪਹਿਲਾਂ ਇੱਕ ਸਿਸਟਮ ਨੂੰ, ਇੱਕ ਮਿੰਟ ਬਾਈ ਜੀ, ਸਿਸਟਮ ਨੂੰ ਆਪਾਂ ਐਡਰੈਸ ਡਿਫਰੈਂਟ ਵੇ 'ਚ ਕਰ ਰਹੇ ਹਾਂ। ਕਿਵੇਂ ਕਰ ਰਹੇ ਹਾਂ? ਆਪਾਂ ਇਹ ਕਹਿ ਰਹੇ ਹਾਂ ਵੀ ਜਦੋਂ ਤੱਕ ਤੁਸੀਂ ਰਾਜਾਂ ਨੂੰ ਵੱਧ ਅਧਿਕਾਰ ਨਹੀਂ ਦਿਓਗੇ ਤਾਂ ਕਿ ਰਾਜ ਜਿਹੜੇ ਉਹਦੇ ਲੋੜੀਂਦੇ। ਹਾਂਜੀ, ਤਰੀਕਾ ਕੀ ਅਪਣਾਓਗੇ? ਦੇਖੋ ਤਰੀਕਾ ਇਹ ਆ, ਇਹਦੇ ਲਈ ਦੋ ਤਰ੍ਹਾਂ ਦੀ ਸਟਰਗਲ ਕਰਨੀ ਪਊਗੀ। ਆਉਣ ਵਾਲਾ ਪੰਜਾਬ ਦਾ ਭਵਿੱਖ ਆ ਜਿਹੜਾ, ਜਾਂ ਕਿਸੇ ਵੀ ਸੂਬੇ ਦਾ ਭਵਿੱਖ ਆ, ਉਹ ਸਟਰਗਲ ਦਾ। ਤਾਂ ਸਟਰਗਲ ਕੀ ਕਰਨੀ ਪਊਗੀ? ਥੋੜਾ ਜਿਹਾ ਹੋਰ ਅੱਗੇ ਆ ਜਾਂਦੇ ਆਪਾਂ। ਸਟਰਗਲ ਸਾਨੂੰ ਪੋਲੀਟੀਕਲ ਵੀ ਕਰਨੀ ਪਊਗੀ ਤੇ ਸਾਨੂੰ ਸੋਸ਼ਲੀ ਵੀ ਕਰਨੀ ਪਊਗੀ। ਸੋਸ਼ਲ ਲੈਵਲ ਤੇ ਸਾਨੂੰ ਸਿਵਲ ਸਟਰਕਚਰ ਕ੍ਰੀਏਟ ਕਰਨੇ ਪੈਣਗੇ, ਜੋ ਕਿ ਸਾਡੀ ਹੁਣ ਮੈਂਟੈਲਿਟੀ 'ਚ, ਸਾਡੀ ਮਾਨਸਿਕਤਾ 'ਚ ਉਹ ਮਨਫੀ ਕਰਤੀ ਆ ਗੱਲ। ਸਾਨੂੰ ਸਿਵਲ ਸਟਰਕਚਰ ਪਤਾ ਹੀ ਨਹੀਂ ਹੁੰਦਾ ਕੀ ਹੁੰਦਾ, ਹਨਾ। ਇਸੇ ਤਰ੍ਹਾਂ ਇੱਕ ਪੋਲੀਟੀਕਲ ਸਟਰਗਲ ਆ ਇਹ। ਪੋਲੀਟੀਕਲ ਸਟਰਗਲ ਕਿਉਂ ਆ? ਕਿਉਂਕਿ ਤੁਸੀਂ ਐਸਟੈਬਲਿਸ਼ਮੈਂਟ ਦੇ ਸੈਟ ਪੈਟਰਨ ਨੂੰ ਚੈਲੰਜ ਕਰ ਰਹੇ ਹੋ। ਉਹ ਸੈਟ ਪੈਟਰਨ ਆ, ਉਹ ਯੂਨਿਟਰੀ ਗਵਰਨਮੈਂਟ ਦਾ, ਇੱਕ ਸੈਂਟਰਲ ਗਵਰਨਮੈਂਟ ਦਾ, ਪਾਵਰ ਨੂੰ ਇੱਕ ਜਗ੍ਹਾ ਕੰਸੋਲੀਡੇਟ ਕਰਕੇ ਰੱਖਦੇ ਆ। ਜਦੋਂ ਤੱਕ ਪਾਵਰ ਡਿਸਟ੍ਰੀਬਿਊਟ ਨਹੀਂ ਹੋਊਗੀ, ਆਹ ਹਾਲਾਤ ਪੈਦਾ ਹੁੰਦੇ ਰਹਿਣਗੇ। ਸੋ ਪੱਕੇ ਤੌਰ ਤੇ ਵੀ ਹੱਲ ਲੱਭੇ ਜਾਣੇ ਚਾਹੀਦੇ ਆ ਨਾ। ਚਲੋ ਹੁਣ ਤਾਂ ਕਿਸਾਨੀ ਬਿੱਲਾਂ ਨੂੰ ਅਸੀਂ ਵਾਪਸ ਕਰਾ ਕੇ ਵਾਪਸ ਮੁੜ ਜਾਾਂਗੇ, ਪਰ ਅਸੀਂ ਫੇਰ ਵੀ ਕ੍ਰਾਈਸਿਸ 'ਚ ਖੜੇ ਆ। ਉਸ ਤੋਂ ਬਾਅਦ ਦਾ ਕੀ ਹੈ, ਉਹਦੇ ਬਾਰੇ ਤੁਸੀਂ ਸੋਚ ਰਹੇ ਹੋ? ਸੋ ਤੁਹਾਡੀ ਜਿਹੜੀ ਇੱਕ ਸੰਗਠਨ ਬਣਿਆ ਸੀ, ਜਿਹਨੇ ਐਡਵਾਈਜ਼ਰੀ ਕਾਉਂਸਲ ਤੁਸੀਂ ਕਹਿ ਰਹੇ ਹੋ, ਉਹ ਅਜੇ ਸੋਚ ਰਹੀ ਹੈ ਕੁਝ? ਅਜੇ ਪਲਾਨ ਬਣਿਆ ਕਿ ਨਹੀਂ ਬਣਿਆ ਅੱਗੇ? ਨਹੀਂ, ਪਲਾਨ ਹੁਣ ਕੀ ਹੈ ਜੀ? ਸਾਡਾ ਪਲਾਨ ਇਹ ਆ ਵੀ ਪਹਿਲਾਂ ਤਾਂ ਹੁਣ ਅੱਜ ਅਸੀਂ ਕਿਸਾਨੀ ਸੰਘਰਸ਼ 'ਚ ਆ ਤੇ ਜਿਹੜਾ ਹੁਣ ਨਿਊ ਲੈਜਿਸਲੇਸ਼ਨਸ ਆ, ਇਹਨਾਂ ਨੂੰ ਲੈ ਕੇ ਅਸੀਂ ਆਪਦੀਆਂ ਡਿਮਾਂਡਸ ਦੇ ਰਹੇ ਹਾਂ ਵੀ ਇਹ ਵਾਪਸ ਲਓ, ਵਾਪਸ ਲਓ। ਸਤਿ ਸ਼੍ਰੀ ਅਕਾਲ ਜੀ। ਵਾਪਸ ਲਓ, ਇਹਦਾ ਮਤਲਬ ਇਹ ਹੋ ਗਿਆ ਵੀ ਜੋ ਕਰੰਟ ਸਿਚੁਏਸ਼ਨ ਆ, ਜਿੱਥੇ ਸਾਨੂੰ ਕਾਰਪੋਰੇਟਾਈਜੇਸ਼ਨ ਦਾ ਖਤਰਾ ਅੱਜ, ਵੀ ਜਿਹੜੀ ਕੰਟਰੋਲ ਆ ਜ਼ਮੀਨ ਦਾ ਨਾਲ ਰਿਲੇਟਡ ਜਾਂ ਜ਼ਮੀਨ ਦੇ ਪ੍ਰਬੰਧ ਆ, ਉਹ ਕੰਪਨੀਆਂ ਦੇ ਹੱਥ 'ਚ ਆ ਜਾਣਗੇ ਤੇ ਜਿਹੜੇ ਕਿਸਾਨ ਆ ਉਹ ਸਿਰਫ ਇੱਕ ਕੰਟਰੈਕਟ ਲੇਬਰ ਦੀ ਤਰ੍ਹਾਂ ਕੰਮ ਕਰਨਗੇ, ਜੋ ਕਿ ਹੋ ਜਾਣਾ, ਕਿਉਂਕਿ ਕਾਰਪੋਰੇਟਸ ਨੇ ਹਮੇਸ਼ਾ ਹੀ ਡੋਮੀਨੇਟ ਕੀਤਾ ਜਿਹੜੇ ਸੈਕਟਰ 'ਚ ਵੀ ਕਾਰਪੋਰੇਟਸ। ਅੱਜ ਇਸ ਜੋਸ਼ ਨੂੰ ਦੇਖ ਕੇ ਕਿੱਥੇ ਇੱਕ ਉਮੀਦ ਨਹੀਂ ਜਾਗੀ ਕਿ ਨਹੀਂ, ਇਹ ਨਹੀਂ ਹੋ ਪਾਣਾ, ਬਿਕੋਜ਼ ਇਹ ਜਿਹੜਾ ਜੋਸ਼ ਹੈ, ਮੈਂ ਪਤਾ ਨਹੀਂ ਕੁਝ ਵੱਖਰਾ ਹੈ ਇਸ ਵਿੱਚ। ਨਹੀਂ ਜੀ, ਵੱਖਰਾ ਨਹੀਂ, ਇਤਿਹਾਸਕ ਆ। ਸਰਦਾਰ ਬਘੇਲ ਸਿੰਘ ਤੋਂ ਬਾਅਦ ਅੱਜ ਜੇ ਦਿੱਲੀ ਘੇਰੀ ਆ ਤਾਂ ਇਹਨਾਂ ਯੋਧਿਆਂ ਨੇ ਆ ਕੇ ਘੇਰੀ ਆ। ਇਹ ਨਾ ਤਾਂ ਸਰਕਾਰਾਂ ਨੇ ਸੋਚਿਆ ਸੀ, ਨਾ ਜਥੇਬੰਦੀਆਂ ਦੇ ਆਗੂਆਂ ਨੇ ਇਹ ਗੱਲ ਸੋਚੀ ਸੀ ਵੀ ਇੱਥੋਂ ਤਾਈਂ ਗੱਲ ਹੋ ਜਾਊਗੀ। ਹੁਣ ਇਹ ਬਹੁਤ ਹੀ ਇੱਕ ਫੈਸਲਾ। ਨੌਜਵਾਨ ਤਾਂ ਥੋੜਾ ਜਿਹਾ ਨਾਰਾਜ਼ ਵੀ ਨੇ, ਕਹਿੰਦੇ ਬਿਲਕੁਲ ਨਾਲ ਨਹੀਂ, ਦਿਲ ਦੂਰ ਹੋ ਗਿਆ। ਇਹ ਕਿਉਂ ਫੀਲ ਹੁੰਦਾ ਉਹਨਾਂ ਨੂੰ? ਨਹੀਂ ਜੀ, ਦੂਰ ਨਹੀਂ ਹੋਇਆ। ਗੱਲ ਆਏ ਆ ਵੀ ਅੱਜ ਸਾਨੂੰ ਏਕਾ ਦਿਖਾਉਣ ਦੀ ਜ਼ਰੂਰਤ ਆ। ਜਥੇਬੰਦੀਆਂ ਜਿਹੜੀਆਂ ਸਾਡੀਆਂ, ਉਹਨਾਂ ਦੇ ਆਗੂਆਂ ਨੂੰ ਲੱਗਦਾ ਵੀ ਮੈਂ ਕੋਈ ਵੱਖਰੀ ਗੱਲ ਕਰਦਾ, ਤੇ ਉਹਨਾਂ ਨੇ ਫਿਰ ਬਿਆਨ ਵੀ ਦਿੱਤਾ ਵੀ ਮੈਨੂੰ ਸਟੇਜ ਦੇ ਕੋਲੇ ਵੀ ਨਹੀਂ ਆਉਣ ਦੇਣਗੇ। ਫਿਰ ਮੈਂ ਜੇ ਇਹ ਗੱਲ ਨੂੰ ਫੜ ਕੇ ਕੋਈ ਗੱਲ ਕਰਾਂ ਵੀ ਤੁਹਾਡੀ ਸਟੇਜ, ਤੁਸੀਂ ਕੌਣ ਹੁੰਨੇ ਹੋ ਸਟੇਜ ਦੇ ਮੇਰੇ ਕੋਲੇ ਆਉਣ ਦੇਣਾ ਜਾਂ ਨਹੀਂ ਆਉਣ ਦੇਣ ਵਾਲੀ ਗੱਲ ਡਿਸਾਈਡ ਕਰਨ ਵਾਲੇ, ਇਹ ਚੰਗੀ ਗੱਲ ਨਹੀਂ ਹੋਊਗੀ। ਅੱਜ ਸਾਨੂੰ ਸਾਡਾ ਏਕਾ ਦਿਖਾਉਣਾ ਪਊਗਾ ਤੇ ਮੈਨੂੰ ਇਹ ਗੱਲ ਕਹਿਣੀ ਪਊਗੀ ਵੀ ਜੇ ਤੁਸੀਂ ਮੈਨੂੰ ਪਿੱਛੇ ਰੱਖਣਾ ਚਾਹੁੰਦੇ ਹੋ ਤਾਂ ਮੈਂ ਪਿੱਛੇ ਰਹਿਣਾ, ਮੈਂ ਬੋਲਣ ਤਾਂ ਨਹੀਂ ਆਇਆ। ਸੋ ਤੁਸੀਂ ਜੋ ਹੁਕਮ ਲਾ ਰਹੇ ਹੋ ਉਹ ਸਿਰ ਮੱਥੇ, ਬਸ ਇਸ ਸੰਘਰਸ਼ ਨੂੰ ਵੇਚਿਆ ਨਾ ਜਾਵੇ। ਰਾਤੀ ਮਿਸ ਕਰਦੇ ਨੇ ਕਿ ਜਿਹੜੇ ਹੋਰ ਬੜੇ ਤੁਹਾਡੇ ਵਰਗੇ ਜਿਹੜੇ ਐਕਟਰਸ ਨੇ ਨਾਲ ਆਏ, ਸਪੋਰਟ ਹੈ, ਸ਼ਾਇਦ ਤੁਸੀਂ ਲੋਕ ਅੱਗੇ ਨਾ ਆਉਂਦੇ ਤਾਂ ਇੰਨੀ ਸਪੋਰਟ ਵੱਧਦੀ ਵੀ ਨਾ, ਜੋਸ਼ ਵੀ ਉੱਥੋਂ ਆਇਆ। ਪਰ ਰਾਤੀ ਜਦ ਇੱਥੇ ਟਰਾਲਿਆਂ ਵਿੱਚ ਪਏ ਹੁੰਦੇ ਤਾਂ ਤੁਹਾਨੂੰ ਲੋਕਾਂ ਨੂੰ ਮਿਸ ਕਰਦੇ ਕਿ ਉਹ ਕਿਉਂ ਸਾਡੇ ਨਾਲ ਨਹੀਂ ਆਉਂਦੇ। ਉਹਨਾਂ ਤਾਂ ਨਾਲ ਹੀ ਆ ਜੀ। ਰਾਤ ਵੀ ਅਸੀਂ ਦੇਖੋ ਇੱਥੇ ਗੁਰੂ ਨਾਨਕ ਸਾਹਿਬ ਦਾ ਕੱਲ ਗੁਰਪੁਰਬ ਸੀ, 551ਵਾਂ ਜਿਹੜਾ ਹਨਾ ਗੁਰਪੁਰਬ ਸੀ, ਤੇ ਅਸੀਂ
ਜਮਾਂ ਐਨ ਧੁਰ ਤੋਂ ਤੇ ਧੁਰ ਤੱਕ ਅਸੀਂ ਇੱਥੋਂ ਸਤਨਾਮ ਵਾਹਿਗੁਰੂ ਤੇ ਗੁਰੂ ਨਾਨਕ ਸਾਹਿਬ ਦਾ ਜਾਪ ਕਰਦੇ ਗਏ ਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਸੋ ਅਸੀਂ ਤਾਂ ਸਾਰਿਆਂ ਨਾਲੇ ਉਹ ਠੀਕਰੀ ਪਹਿਰਾ ਵੀ ਦਿੱਤਾ। ਮੇਬੀ ਨਾ ਸੋ ਦੈਟਸ ਅ ਥਿੰਗ ਬਿਊਟੀ ਕਿ 25 ਕਿਲੋਮੀਟਰ ਦਾ ਮਿਸ ਹੋ ਜਾਂਦਾ ਕਈ ਵਾਰੀ ਹਾਂਜੀ ਹਾਂਜੀ, ਤੇ ਅਸੀਂ ਪੂਰਾ ਠੀਕਰੀ ਪਹਿਰਾ ਲਾ ਕੇ ਗਏ ਆ ਕਿਉਂਕਿ ਹੁਣ ਸਰਕਾਰ ਚਾਹੁੰਦੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਭਟਕੀਏ। ਪਰ ਇਹ ਦੇਖੋ ਕਿਰਦਾਰ ਜਿਹੜਾ ਇੱਕ ਐਸਟੈਬਲਿਸ਼ ਹੋਇਆ ਪੰਜਾਬ ਦਾ, ਉਹ ਬਾਕਮਾਲ ਆ। ਅਸੀਂ ਇਸ ਕਿਰਦਾਰ ਨੂੰ ਹੁਣ ਕਿਸੇ ਹੋਰ ਢੰਗ ਨਾਲ ਪੇਸ਼ ਨਹੀਂ ਹੋਣ ਦੇਣਾ, ਇਸ ਗੱਲ ਨੂੰ ਬਚਾ ਕੇ ਰੱਖਣਾ। ਅਗਲੀ ਗੱਲ ਜਿਹੜੀ ਇੱਕ ਬੜੀ ਇੰਪੋਰਟੈਂਟ ਆ ਵੀ ਅਸੀਂ ਇੱਥੇ ਮੇਲੇ 'ਚ ਨਹੀਂ ਬੈਠੇ, ਅਸੀਂ ਜੰਗ 'ਚ ਆ, ਹਨਾ। ਜੰਗ ਦੇ ਕੁਝ ਅਸੂਲ ਹੁੰਦੇ ਆ, ਸੋ ਉਹਨਾਂ ਅਸੂਲਾਂ ਨੂੰ ਸਮਝੀਏ। ਇੱਥੇ ਕਈ ਬੰਦੇ दारू ਵੀ ਪੀ ਲੈਂਦੇ ਆ ਜਾਂ ਹੋਰ ਵੀ ਕਰ ਲੈਂਦੇ ਆ। ਤੁਸੀਂ ਸੋਚੋ ਵੀ ਕਿਸੇ ਨੂੰ ਕੁਝ ਮਿਲਾ ਕੇ ਹੀ ਦੇਤਾ, ਕੁਝ ਨਹੀਂ ਪਤਾ। ਜਿਨ੍ਹਾਂ ਨਾਲ ਅਸੀਂ ਮੱਥਾ ਲਾਈ ਬੈਠੇ ਆ ਉਹਨਾਂ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ। ਸੋ ਅਗਲਿਆਂ ਨੇ ਕੁਝ दारू 'ਚ ਹੀ ਪਾਤਾ ਤਾਂ ਫਿਰ ਵੈਸੇ ਹੀ ਡੈਡ, ਅਸੀਂ दारू ਪੀ ਕੇ ਅੱਧੇ ਡੈਡ 70% ਤਾਂ ਪਏ ਰਹਿੰਦੇ ਆ। ਫਿਰ ਉਦੋਂ ਬਾਅਦ ਕੀ ਵਾਪਰੂ ਸਾਡੇ ਤੇ? ਤਾਂ ਅਸੀਂ ਮੇਲੇ 'ਚ ਨਹੀਂ ਬੈਠੇ, ਬਹੁਤ ਵੱਡੀ ਜ਼ਿੰਮੇਵਾਰੀ ਆ ਸਾਡੇ ਮੋਢਿਆਂ ਤੇ, ਅਸੀਂ ਜੰਗ 'ਚ ਬੈਠੇ ਆ। ਸੋ ਇਸ ਕਰਕੇ ਸਾਡਾ ਜਿਹੜਾ ਹੁਣ ਇੱਥੇ ਬਿਹੇਵੀਅਰ ਆ ਉਹ ਵੀ ਬੜਾ ਰਿਸਪੌਂਸਿਬਲ ਜ਼ਿੰਮੇਦਾਰਾਨਾ ਹੋਣਾ ਚਾਹੀਦਾ। ਇੱਥੇ ਤਾਂ ਇਹੋ ਕਿਹਾ ਜਾ ਰਿਹਾ ਕਿ ਜਿਹੜੇ ਵੀ ਆਏ ਨੇ ਇਹ ਇਹੋ ਸਿੱਧ ਕਰਦਾ ਕਿ ਨਾ ਨਸ਼ਾ ਹੈ ਨਾ ਸ਼ਰਾਬ ਹੈ। ਪੰਜਾਬ ਦੇ ਲੋਕ ਬਹੁਤ ਮਤਲਬ ਜ਼ਿੰਮੇਦਾਰੀ ਨਾਲ ਜਿਸ ਤਰ੍ਹਾਂ ਨੌਜਵਾਨ ਲੱਗੇ ਹੋਏ ਨੇ, ਸੋ ਉਹਦੇ ਵਿੱਚ ਕੁਝ ਜੋ ਜਿਸ ਤੁਸੀਂ ਕਹਿ ਰਹੇ 70% ਦੀ, ਉਹ ਤਾਂ ਉਸਨੂੰ ਪ੍ਰੋਪਾਗੈਂਡਾ ਕਹਿੰਦੇ ਨੇ। ਨਹੀਂ 70% ਦੀ ਮਤਲਬ ਇੱਕ ਬੰਦਾ ਜਦੋਂ ਪੀ ਲੈਂਦਾ 2-4 ਪੈਗ ਤਾਂ 70% ਕੌਨਸ਼ੀਅਸ ਉਹਦੀ ਡੈਡ ਹੋ ਜਾਂਦੀ ਆ, ਹਨਾ। ਤੇ ਜਿਹੜੇ ਕੁਝ ਬੰਦੇ ਇੱਥੇ ਤੁਹਾਨੂੰ ਲੱਗਦਾ ਕਿ ਇੰਨੀ ਸ਼ਰਾਬ ਇਹਨਾਂ ਨਸ਼ਾ ਚੱਲ ਰਿਹਾ ਹੈਗਾ? ਦੇਖੋ ਸ਼ਰਾਬ ਨੂੰ ਪੰਜਾਬ ਨਸ਼ਾ ਨਹੀਂ ਮੰਨਦਾ, ਹਨਾ। ਨਸ਼ੇ ਹੋਰ ਹੁੰਦੇ ਆ, ਉਹ ਨਹੀਂ ਅਸੀਂ ਕਰਦੇ ਕੁਰਦੇ। ਪਰ ਸ਼ਰਾਬ ਤਾਂ ਅਸੀਂ ਸ਼ਾਮ ਨੂੰ ਆਏ ਆ ਵੀ ਮੂਡ ਜਿਹਾ ਬਣਾਉਣ ਵਾਸਤੇ, ਹੋ ਸਕਦਾ 2 ਪੈਗ ਕੋਈ ਲਾ ਲੇ ਤਾਂ ਲਾ ਲੇ, ਪਰ ਅਸੀਂ ਉਹ ਵੀ ਨਹੀਂ ਲਾਉਣ ਦੇ ਰਹੇ। ਇਹਨਾਂ ਨੂੰ ਆਰਗੇਨਾਈਜ਼ ਕਰ ਰਹੇ ਆ ਵੀ ਆਪਾਂ ਕੁਝ ਇੱਥੇ ਜਸ਼ਨ ਮਨਾਉਣ ਨਹੀਂ ਆਏ ਹੋਏ, ਅਸੀਂ ਇੱਕ ਬਹੁਤ ਵੱਡੀ ਜੰਗ 'ਚ ਬੈਠੇ ਆ। ਪਿੱਛੋਂ ਕੰਮ ਕਰ ਰਹੇ ਹੋ? ਹਾਂਜੀ ਬਿਲਕੁਲ, ਉਹੀ ਕਰਨਾ ਪਊਗਾ ਨਾ ਹੁਣ, ਕਿਉਂਕਿ ਕਿਸੇ ਨੇ ਆਰਗੇਨਾਈਜ਼ ਵੀ ਕਰਨਾ। ਸੋ ਹੁਣ ਉਹ ਆਰਗੇਨਾਈਜ਼ ਕਰਨ ਵਾਲਾ ਜਿਹੜਾ ਕੰਮ ਆ, ਉਹ ਜੇ ਉੱਥੇ ਜਥੇਬੰਦੀਆਂ ਦਾ ਹੁਕਮ ਆ ਵੀ ਨਹੀਂ ਜਾਣਾ ਤਾਂ ਫਿਰ ਇਹਨੂੰ ਸਾਰੇ ਜਿਹੜੇ ਇਕੱਠ ਨੂੰ ਆਰਗੇਨਾਈਜ਼ ਕਰਨ ਦਾ ਕੰਮ ਉਹ ਕਰ ਲਈਏ। ਸੰਦੀਪ ਜੀ ਤੁਸੀਂ ਇੱਥੇ ਆ ਰਹੇ ਸੀ, ਮੈਂ ਤੁਹਾਡਾ ਰਾਤੀ ਜਿਸ ਦਿਨ ਤੁਸੀਂ 26 ਰਾਤ ਨੂੰ ਚੱਲੇ ਹੋ ਤੇ ਰਾਤ ਦਾ ਤੁਹਾਡਾ ਇੱਕ ਸੁਨੇਹਾ ਦੇਖਿਆ ਕਿ ਸੋਨੀਪਤ ਤੋਂ ਸਾਨੂੰ ਕਈਆਂ ਦੀ ਲੋੜ ਹੈ ਤੇ ਆਈ ਥਿੰਕ ਪੱਲਾ ਵਿੱਚ ਕਈਆਂ ਆ ਗਿਆ ਸੀ, ਤੁਸੀਂ ਸੜਕ ਭਰਨੀ ਸ਼ੁਰੂ ਕਰਤੀ ਸੀ। ਉਹ ਕਿਸ ਤਰ੍ਹਾਂ ਦਾ ਐਟਮੋਸਫੇਅਰ ਸੀਗਾ ਉਸ ਵਕਤ, ਔਰ ਉਹ ਜਿਹੜਾ ਸਪੋਰਟ ਮਿਲੀ ਹਰਿਆਣਾ ਤੋਂ, ਉਹ ਕਿਸ ਤਰ੍ਹਾਂ ਲੱਗਿਆ? ਕਈਆਂ ਆ ਗਈਆਂ ਕਰਾਹੇ ਪਾ ਕੇ ਲੈ ਆਏ ਕਿਸਾਨ ਤੇ ਮਿੰਟਾਂ 'ਚ ਹੀ ਭਰਤੇ ਟੋਏ ਜੇ। ਉਹ ਤਾਂ ਬਸ ਗੁਰੂ ਮਹਾਰਾਜ ਦੀ ਬਖਸ਼ਿਸ਼ ਹੀ ਸੀ, ਕਿਉਂਕਿ ਇਹਨਾਂ ਨੇ ਸੋਚਿਆ ਨਹੀਂ ਸੀ ਇਹ ਜਿਹਾ ਕੁਝ ਕਰ ਜਾਣਗੇ। ਤੇ 5-5 7-7 ਟਨ ਦੇ ਪੱਥਰ ਪਏ, ਉਹ ਪਾ ਕੇ ਟਰੈਕਟਰਾਂ ਮਗਰ ਲੈ ਕੇ ਘੜੀਸ ਕੇ ਜ਼ਿੰਦਾਬਾਦ। ਤੁਸੀਂ ਦੇਖੋ ਕਿ ਬਾਕਮਾਲ ਗੱਲ ਹੋਈ ਆ ਇਸ ਸੰਘਰਸ਼ 'ਚ। ਪੰਜਾਬ ਤੇ ਹਰਿਆਣੇ ਦਾ ਕੌਨਫਲਿਕਟ ਵੀ ਖਤਮ ਹੋ ਗਿਆ, ਹਨਾ। ਅੱਜ ਪੰਜਾਬ ਤੇ ਹਰਿਆਣੇ 'ਚ ਆਪਸੀ ਸਾਂਝ ਤੇ ਉਹ ਜਿਹੜਾ ਇੱਕ ਭਾਈਚਾਰਕ ਸਾਂਝ ਤੇ ਪਿਆਰ ਪੈਦਾ ਹੋਇਆ, ਉਹ ਇਸ ਸੰਘਰਸ਼ ਨੇ ਉਸ ਕੌਨਫਲਿਕਟ ਨੂੰ ਖਤਮ ਕਰਤਾ। ਤੇ ਉਹ ਕੌਨਫਲਿਕਟ ਵੀ ਸਰਕਾਰਾਂ ਦਾ ਬਣਾਇਆ ਹੋਇਆ ਕੌਨਫਲਿਕਟ ਸੀ। ਹਾਂਜੀ, ਮਤਲਬ ਉਸ ਟਾਈਮ ਲੱਗ ਰਿਹਾ ਸੀ ਜਿਵੇਂ ਅਸੀਂ ਭਾਰਤ ਪਾਕਿਸਤਾਨ ਸਰਹੱਦ ਤੇ ਖੜੇ ਆ, ਲੋਕਾਂ ਦੇ ਦਿਲ ਮਿਲੇ ਹੋਏ ਨੇ, ਪਰ ਉਹ ਵਰਦੀਆਂ ਖੜੀਆਂ ਹੁੰਦੀਆਂ ਵਿਚਕਾਰ। ਸੋ ਮਤਲਬ ਉਹ ਮੈਨੂੰ ਬੜਾ ਫੀਲ ਹੋਇਆ ਕਿ ਮੈਂ ਉਸ ਇਤਿਹਾਸਿਕ ਮੂਵਮੈਂਟ ਦਾ ਪਾਰਟ ਨਹੀਂ ਸੀ, ਬਿਕੋਜ਼ ਜਦ ਉਹ ਸੜਕਾਂ ਭਰੀਆਂ ਗਿਆ ਅਸੀਂ ਘਰੋਂ ਦੇਖ ਰਹੇ ਸੀਗੇ। ਸੋ ਇਟ ਫੈਲਟ ਕਿ ਪਤਾ ਨਹੀਂ ਕੀ ਅੱਜ ਕੁਝ ਮਤਲਬ ਐਕਚੁਅਲੀ ਇਤਿਹਾਸ ਵਾਪਰਿਆ। ਦੇਖੋ ਗੱਲ ਮੈਂ ਤੁਹਾਨੂੰ ਉਹੀ ਕਿਹਾ ਨਾ, ਇਹ ਇਤਿਹਾਸਿਕ ਗੱਲ ਆ, ਇਹ ਆਮ ਜੀ ਗੱਲ ਨਹੀਂ ਹੋਈ। ਇਹ ਤਾਂ ਮਹਾਰਾਜ ਨੇ ਹੀ ਕੋਈ ਬਿੱਦ ਬਣਾਈ ਆ, ਉਹਨਾਂ ਨੇ ਹੀ ਕੋਈ ਅੰਦਰ ਜਜ਼ਬਾ, ਉਹ ਚਿੰਗ ਜਿਹੜੀ ਲਾਈ ਹੋਈ ਆ, ਜਿਹੜੀਆਂ ਕਮਾਈਆਂ। ਮਤਲਬ ਜਦ ਪਹਿਲਾਂ ਬਿੱਲ ਆਏ, ਹਲਕਾ ਜਿਹਾ ਰੋਸ ਸੀਗਾ, ਫਿਰ ਉਸ ਤੋਂ ਬਾਅਦ ਕਾਨੂੰਨ ਬਣ ਗਿਆ, ਅਕਾਲੀ ਦਲ ਸਾਈਨ ਕਰ ਆਈ, ਹੌਲੇ ਰੋਸ ਬੰਦਾ ਰਿਹਾ। ਬਟ ਇਹ ਚੇਂਜ ਕਿੱਦਾਂ ਆਈ? ਸੋ ਵਾਟ ਯੂ, ਤੁਸੀਂ ਜੇ ਇੱਕ ਚੀਜ਼ ਤੋਂ ਬੋਲੋਗੇ ਕਿ ਇਹਦੇ ਕਰਕੇ ਚੇਂਜ ਆਈ, ਇਹਦੇ ਕਰਕੇ ਸਾਰੇ ਇਕੱਠੇ ਹੋਏ ਨੇ, ਬਿਕੋਜ਼ ਅਸੀਂ ਕਦੀ ਨਹੀਂ ਦੇਖਿਆ ਕਿ ਇਹਨਾਂ ਬਾਈ ਠੀਕ ਹੋ ਜੀ, ਕਦੀ ਨਹੀਂ ਦੇਖਿਆ ਕਿ ਸਾਰੇ ਆਗੂ ਇਕੱਠੇ ਨੇ, ਇੱਕ ਆਵਾਜ਼ ਨਿਕਲ ਕੇ ਆ ਰਹੀ ਹੈਗੀ। ਸੋ ਇਹ ਕਿਸ ਤਰ੍ਹਾਂ, ਤੁਸੀਂ ਇੱਕ ਚੀਜ਼ ਨੂੰ ਜੇ ਤੁਸੀਂ ਬੋਲੋਗੇ ਤਾਂ ਕੀ ਜ਼ਿੰਮੇਦਾਰ ਹੈ ਇਸ ਜੋਸ਼ ਵਾਸਤੇ? ਦੇਖੋ ਜਿਹੜੀ ਲਾਮਬੰਦੀ ਇਹ ਹੋਈ ਆ ਨਾ, ਜਿਹੜੇ 2 ਮਹੀਨੇ ਸਾਨੂੰ ਧਰਨਿਆਂ ਮੋਰਚਿਆਂ 'ਚ ਮਿਲ ਕੇ, ਉਹ ਉਹਨੇ ਬਹੁਤ ਵੱਡਾ ਕੰਟਰੀਬਿਊਟ ਕੀਤਾ ਆ ਲਾਮਬੰਦੀ ਨੂੰ। 2 ਮਹੀਨੇ ਜਿਹੜਾ ਧਰਨਿਆਂ ਮੋਰਚਿਆਂ 'ਚੋਂ ਪੰਜਾਬ ਦਾ ਇਤਿਹਾਸ ਚੱਲਿਆ, ਗੁਰੂਆਂ ਦਾ ਇਤਿਹਾਸ ਚੱਲਿਆ, ਜੋ ਬਿਆਨ ਹੋਇਆ ਇਤਿਹਾਸ ਸਾਡਾ,
ਅਸੀਂ ਹੈ ਕੌਣ। ਜਦੋਂ ਇਹ ਗੱਲ ਸਮਝ ਲਈ ਸਾਡੀ ਜਿਹੜੇ ਸੰਗਤ ਨੇ, ਤੇ ਉਹ ਚਿਣਗ ਜਿਹੜੀ ਗੁਰੂ ਮਹਾਰਾਜ ਨੇ ਲਾਈ ਹੋਈ ਆ, ਉਹਨਾਂ ਕਮਾਈਆਂ ਨੇ ਇਹ ਖੂਨ ਉਦੋਂ ਬਾਅਦ ਤਾਂ ਅਸੀਂ ਖੂਨ ਤੋਂ ਸੋਚਣ ਲੱਗ ਜਾਂਦੇ ਆ, ਫਿਰ ਦਿਮਾਗ ਤੋਂ ਨਹੀਂ ਸੋਚਦੇ। ਬਸ ਫਿਰ ਇੱਥੇ ਆ ਕੇ ਗੱਲ ਹੋਈ, ਉਹ 2 ਮਹੀਨੇ ਜਿਹੜੀ ਸਾਡੀਆਂ ਤਿਆਰੀ ਹੋਈ ਨਾ, ਜਿਹੜੀ ਲਾਮਬੰਦੀ ਦੀ, ਤੇ ਕਲਾਸਿਸ ਲੱਗੀਆਂ, ਉਹ ਲਿਟਰਲੀ ਕਲਾਸਿਸ ਲੱਗੀਆਂ। ਤੁਸੀਂ ਇਸ ਯੋਜਨਾ ਦਾ ਹਿੱਸਾ ਸੀ ਜਦੋਂ ਯੋਜਨਾ ਬਣਾਈ ਕਿ ਇੱਕ ਟਰੈਕਟਰ ਪਿੱਛੇ 2 ਟਰਾਲੇ ਰਾਸ਼ਨ ਭਰ ਕੇ, ਮਤਲਬ ਇੰਨੀ ਅਮੇਜ਼ਿੰਗ ਤਰੀਕੇ ਨਾਲ, ਮਤਲਬ ਮੈਨੂੰ ਬਾਰ-ਬਾਰ ਇਹੋ ਖਿਆਲ ਨਾ ਸੀ ਚਾਈਨਾ ਨੂੰ ਕਹਿੰਦੇ ਕਿ ਇਹਨੇ ਹਸਪਤਾਲ ਬਣਾਤੇ, ਪੂਰੀ ਭਾਰਤ ਸਰਕਾਰ ਮਹਾਮਾਰੀ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਕਰ ਸਕੀ। ਲੱਖਾਂ ਲੋਕ ਬੈਠੇ ਹਨ, ਬੜੇ ਆਰਾਮ ਨਾਲ ਬੈਠੇ ਨੇ। ਸੋ ਵਰ ਯੂ ਪਾਰਟ ਆਫ ਦੈਟ ਪਲੈਨਿੰਗ ਆਲਸੋ? ਸੀ ਆਲ ਟੈਲ ਯੂ, ਇਹ ਜਿਹੜੀ ਪਲੈਨਿੰਗ ਆ ਨਾ, ਜਿਵੇਂ ਮੈਂ ਕਿਹਾ, ਇਹ ਤਾਂ ਮਹਾਰਾਜ ਨੇ ਕੀਤਾ। ਇਹਨਾਂ ਨੂੰ ਕਿਸੇ ਨੇ ਨਹੀਂ ਕਿਹਾ ਸੀ ਵੀ ਇੱਕ ਟਰੈਕਟਰ ਮਗਰ 2-2 ਟਰਾਲੀਆਂ ਪਾ ਕੇ ਲਿਆਓ। ਜਿਹੜਾ ਅਸੀਂ ਆਹ ਲੋਹੇ ਦੇ ਟੈਂਕ ਇੱਥੇ ਲਿਆਤੇ ਨਾ, ਜੇ ਮੰਨ ਲਓ ਸਰਕਾਰ ਨੇ ਇਹ ਪੁੱਠੇ ਮੋੜਨੇ ਹੁਣ, ਤੇ ਕਿਸਾਨ ਕਹਿਣ ਵੀ ਅਸੀਂ ਨਹੀਂ ਮੁੜਦੇ, ਇਹਨਾਂ ਤੋਂ ਤਾਂ ਇੱਕ ਟਰੈਕਟਰ ਨਹੀਂ ਮੁੜਨਾ, ਸਾਡੇ ਵਾਲੇ 3-3 ਟਰਾਲੀਆਂ ਮੋੜ ਦਿੰਦੇ ਆ। ਸੋ ਇਹ ਤਾਂ ਬਾਕਮਾਲ ਆ, ਜਿਹੜੇ ਸਾਡੇ ਬੰਦਿਆਂ ਨੇ ਗੱਲ ਕੀਤੀ ਆ ਨਾ, ਮੈਂ ਤੁਹਾਨੂੰ ਦੱਸਿਆ, ਇਹ ਇਤਿਹਾਸ ਰਚਿਆ ਗਿਆ। ਹੁਣ ਪੁਰਾਤਨ ਸਮਿਆਂ 'ਚ ਕਹਿੰਦੇ ਹੁੰਦੇ ਸੀ ਨਾ ਵੀ ਸਿੰਘ ਘੋੜਿਆਂ ਦੀਆਂ ਕਾਠੀਆਂ ਤੇ ਕਿਵੇਂ ਸੌਂਦੇ ਸੀ। ਤੁਸੀਂ ਰਾਤ ਨੂੰ ਆ ਕੇ ਆਲਮ ਦੇਖਿਓ, ਇੱਥੇ ਜਦੋਂ ਟਰੈਕਟਰਾਂ ਦੀਆਂ ਕਾਠੀਆਂ ਤੇ, ਇਹ ਤਾਂ ਲੋਹੇ ਦੇ ਘੋੜੇ ਆ। ਬਿਲਕੁਲ, ਹਾਂਜੀ, ਦੇਖਿਆ ਸੀ ਬਜ਼ੁਰਗ ਕਿੱਦਾਂ ਸੁੱਤੇ ਹੋਏ, ਔਰ ਹਾਂਜੀ, ਹੱਸੀ ਮਜ਼ਾਕ ਹੱਸਦੇ ਜਿਵੇਂ ਸੀ ਭਗਤ ਸਿੰਘ ਨੇ ਫਾਂਸੀ ਚੁੰਮੀ ਸੀ, ਉਸ ਦਾ ਹੈਗਾ ਕਿ ਦੇਖੋ ਇੰਨੀ ਠੰਡ 'ਚ ਮੱਛਰ ਆਏ ਆ ਵੀ ਜਿਵੇਂ ਪਤਾ ਨਹੀਂ ਸਾਰੇ ਦੇਸ਼ ਦਾ ਮੱਛਰ ਹੀ ਇੱਥੇ ਭੇਜਤਾ ਹੋਵੇ ਉਹਨਾਂ ਨੇ, ਪਰ ਕਿਸੇ ਨੇ ਸੀ ਤੱਕ ਨਹੀਂ ਕੋਈ ਕਰ ਰਿਹਾ। ਐਂ ਪਏ ਹੁੰਦੇ ਆ ਜਿਵੇਂ ਮਖਮਲ ਦੇ ਗਦੈਲਿਆਂ ਤੇ ਪਏ ਆ। ਹਾਂਜੀ, ਸੋ ਅੱਜ ਇੱਕ ਹੋਰ ਚੀਜ਼ ਵੀ ਦੇਖ ਰਹੇ ਹਾਂ ਕਿ ਇੱਕ ਨੈਰੇਟਿਵ ਜਿਹੜਾ ਚੱਲ ਰਿਹਾ ਹੈ, ਸਪੈਸ਼ਲੀ ਕੰਗਨਾ ਰਣੌਤ ਤੋਂ ਸ਼ੁਰੂ ਹੋਇਆ ਹੈਗਾ, ਕੁਝ ਨਾਮ ਲਿਆ ਜਾ ਰਿਹਾ ਹੈ, ਖਾਲਿਸਤਾਨੀ ਆਵਾਜ਼ ਲਗਾਈ ਜਾ ਰਹੀ ਹੈ, ਬਾਹਰੋਂ ਪੈਸਾ ਆ ਰਿਹਾ ਹੈ, ਉਹਦੇ ਬਾਰੇ ਕੀ ਕਹੋਗੇ? ਕਿੱਥੇ ਆ ਰਿਹਾ ਪੈਸਾ, ਸਾਨੂੰ ਦਿਖਾਉਣ ਤਾਂ ਸਹੀ। ਇਹ ਅਸੀਂ ਤਾਂ ਇੱਥੇ ਤਵੀਆਂ ਰੱਖ ਕੇ, ਇੱਥੇ ਚੁੱਲ੍ਹੇ ਬਣਾ ਕੇ ਰੋਟੀਆਂ ਖਾਈ ਜਾਂਦੇ ਆ, ਗਾਜਰ ਮਟਰ ਖਾ ਲੈਂਦੇ ਆ, ਕਦੇ ਦਾਲ ਬਣ ਜਾਂਦੀ ਆ। ਇਹ ਤੀਜੀ ਤਾਂ ਸਾਡੇ ਕੋਲੇ ਸਬਜ਼ੀ ਵੀ ਹੈ ਨਹੀਂ, ਹਨਾ। ਹੁਣ ਤਾਂ ਚਲੋ ਸੰਗਤ ਬਾਹਰੋਂ ਕਾਫੀ ਲੰਗਰ ਭੇਜ ਰਹੀ ਆ, ਤਾਂ ਜਿਹੜੇ ਸਾਡੇ ਵਾਲੇ ਆ ਨਾ, ਉਹਨਾਂ ਦਾ ਹਿਸਾਬ ਕਿਤਾਬ ਲਾਉਣਾ ਇਹਨਾਂ ਦੇ ਕੋਲੇ ਹੈ ਨਹੀਂ, ਵੱਸ ਦੀ ਗੱਲ ਨਹੀਂ ਇਹਨਾਂ ਦੇ। ਹੁਣ ਜਿਹੜੀ ਗੱਲ ਆ ਵੀ ਕੰਗਨਾ ਰਣੌਤ ਕੀ ਕਹਿ ਰਹੀ ਆ, ਹੋਰ ਜਿਹੜੇ ਬੰਬੇ ਫਿਲਮ ਇੰਡਸਟਰੀ ਦੇ ਲੋਕ ਕੀ ਕਹਿ ਰਹੇ ਆ, ਉਹ ਸ਼ੈਲੋ ਲੋਕ ਆ, ਇਨਸੈਂਸਿਟਿਵ ਆ, ਉਹ ਹਿਪੋਕ੍ਰੇਟਸ ਆ। ਉਹਨਾਂ ਨੂੰ ਪਤਾ ਹੀ ਨਹੀਂ ਰਿਐਲਿਟੀ ਕਿੱਥੇ ਵੱਸਦੀ ਆ, ਉਹਨਾਂ ਨੂੰ ਪਤਾ ਹੀ ਨਹੀਂ ਦੇਸ਼ ਵੱਸਦਾ ਕਿੱਥੇ ਆ, ਇਹਨਾਂ 'ਚ ਜਜ਼ਬਾ ਕੀ ਆ। ਉਹਨਾਂ ਨੇ ਤਾਂ ਸਿਟੀਜ਼ 'ਚ ਕੁਛ ਇੱਕ ਅੱਧੀ ਫੋਟੋ ਤੇ ਹੀ ਆਪਦੀ ਜਜਮੈਂਟ ਬਣਾ ਲੈਣੀ ਹੁੰਦੀ ਆ, ਹਨਾ। ਸੋ ਆਈ ਫੀਲ ਸੌਰੀ ਫॉर them literally because the kind of life they are living, it's so fake, ਬਟ ਅਸਲ ਜਿਹੜੀ ਸੱਚਾਈ ਤੇ ਰਿਐਲਿਟੀ ਆ ਨਾ, ਉਹ ਆਹ। ਤੇ ਜੇ ਉਹ ਇਸ ਗੱਲ ਤੋਂ ਮੁਨਕਰ ਹੋ ਜਾਂਦੇ ਆ ਤੇ ਕੋਈ ਹੋਰ ਹੀ ਤਰ੍ਹਾਂ ਦਾ ਨੈਰੇਟਿਵ ਸਿਰਜਣ ਲੱਗ ਜਾਂਦੇ ਆ, ਤਾਂ ਫਿਰ ਮੈਨੂੰ ਐਂ ਲੱਗਦਾ ਦੈਟ ਉਹਨਾਂ ਦੀ ਇਨਸੈਂਸਿਟਿਵਿਟੀ, ਕਿਉਂਕਿ ਕੰਗਨਾ ਰਣੌਤ ਨੇ ਜੋ ਸਾਡੇ ਇੱਕ ਬਜ਼ੁਰਗ ਦਾਦੀ ਲਈ ਕਮੈਂਟ ਕੀਤਾ, ਹੁਣ ਉਸ ਕਮੈਂਟ ਨੂੰ ਹੀ ਪੜ੍ਹ ਲਓ ਤੁਸੀਂ ਵੀ 100-100 ਰੁਪਈਆਂ 'ਚ ਇਹ ਦਾਦੀਆਂ ਮਿਲਦੀਆਂ। ਤੁਸੀਂ ਖੁਦ ਇੱਕ ਹਰ ਚੀਜ਼ ਹੁਣ ਜਿਹੜੇ ਐਕਟਰਸ ਨੇ, ਇਹਨਾਂ ਨੂੰ ਇਸ ਲਈ ਇੱਕ ਓਪੀਨੀਅਨ ਬਣਾਉਣ ਵਾਸਤੇ ਪੈਸੇ ਲਈ ਵਰਤਿਆ ਜਾ ਰਿਹਾ ਸੀ। ਇਲੈਕਸ਼ਨ ਵਿੱਚ ਤਾਂ ਦੇਖਿਆ ਸੀ। ਹਾਂਜੀ, ਨਹੀਂ ਗੱਲ ਆਈ ਆ ਨਾ ਵੀ ਸਰਕਾਰ ਦੇ ਹੱਕ 'ਚ ਭੁਗਤਦੇ ਆ ਇਹ। ਇਹਨਾਂ ਨੇ ਬਹੁਤ ਤਰ੍ਹਾਂ ਦੇ ਆਪਦੇ ਫਾਇਦੇ ਵੀ ਲੈਣੇ ਹੁੰਦੇ ਆ, ਕਿਉਂਕਿ ਸਰਕਾਰ ਦੇ ਨਾਲ ਜਿਹੜਾ ਰਹਿ ਕੇ ਚੱਲੂਗਾ ਉਹ ਚਮਕੂਗਾ, ਉਹਨੇ ਹਮੇਸ਼ਾ ਹੀ ਚਮਕਣਾ। ਉਹਦੇ ਤੇ ਸਰਕਾਰਾਂ ਰਹਿਮਤ ਰੱਖਦੀਆਂ ਆਪਦੀ, ਪਰ ਸਾਡੇ ਵਾਲੇ ਸਰਕਾਰਾਂ ਦੀ ਰਹਿਮਤ ਤੇ ਨਹੀਂ ਚੱਲਦੇ, ਇਹਨਾਂ ਨੂੰ ਫਰਕ ਨਹੀਂ ਪੈਂਦਾ। ਬੜੇ ਚਮਕਦੇ ਨੇ। ਹਾਂਜੀ, ਸਾਡੇ ਵਾਲਿਆਂ ਨੂੰ ਦੇਖ ਲਓ ਤੁਸੀਂ, ਹੁਣ ਆਹ ਪੰਜਾਬ 'ਚ ਇੰਨੇ ਟਰੈਕਟਰ ਹੋਣਗੇ ਤੇ ਐਂ ਟਰਾਲੀਆਂ ਤੇ ਦੇਖ ਲਓ ਕਿਵੇਂ ਸਜਾਈਆਂ ਪਈਆਂ। ਇਹ ਇੱਕ ਵੱਖਰੀ ਦੁਨੀਆ, ਵੱਖਰਾ ਲਾਈਫ ਸਟਾਈਲ ਆ। ਇਹਨਾਂ ਨੂੰ ਪੈਸਾ ਪੂਸਾ ਚਾਮ ਨਹੀਂ ਕਰ ਸਕਦਾ, ਹਨਾ। ਇਹ ਤਾਂ ਜਜ਼ਬੇ ਵਾਲੇ ਲੋਕ ਆ, ਇਹਨਾਂ ਨੂੰ ਪਿਆਰ ਦਿਓ, ਜਿੱਧਰ ਨੂੰ ਮਰਜ਼ੀ ਸਿੱਧੇ ਕਰ ਲਓ। ਆਖਰੀ ਸਵਾਲ, ਅੱਜ ਫੌਜ ਦਾ ਬਾਹਰ ਬਿਲਡਅਪ ਹੋ ਰਿਹਾ ਹੈ, ਤਾਂ ਲੱਗਦਾ ਕਿ ਕੋਈ ਐਕਸ਼ਨ ਵੀ ਲਿਆ ਜਾ ਸਕਦਾ ਹੈਗਾ? ਦੇਖੋ ਇਹੀ ਗੱਲ, ਹੁਣ ਇਹ ਸੀਰੀਅਸ ਨੋਟ ਤੇ ਗੱਲ ਆ ਗਈ, ਬੜੀ ਵੋਲੇਟਾਈਲ ਸਿਚੁਏਸ਼ਨ ਆ ਇਹ, ਹਨਾ। ਸਾਨੂੰ ਬਹੁਤ ਹੀ ਜ਼ਿਆਦਾ ਰਿਸਪੌਂਸਿਬਲ ਰਹਿਣਾ ਪਊਗਾ। ਡੈਫੀਨਿਟਲੀ ਉਹ ਕ੍ਰੈਕ ਡਾਊਨ ਕਰ ਸਕਦੇ ਆ। ਕ੍ਰੈਕ ਡਾਊਨ ਕਰਨ ਵਾਸਤੇ ਪਹਿਲਾਂ ਸਾਨੂੰ ਆਈਸੋਲੇਟ ਕਰਨਗੇ, ਜਿਹਦੇ ਨਾਲ ਕਿ ਇਹ ਦੇਖੋ ਖਾਲਿਸਤਾਨੀ ਮੂਵਮੈਂਟ ਵਾਲੇ ਪਾਸੇ ਧੱਕਣਗੇ। ਇਹਨਾਂ ਕੋਲੇ ਪੁਰਾਣੀਆਂ ਹੀ ਖੇਡਾਂ, ਪੁਰਾਣੇ ਹਥਿਆਰ ਆ, ਉਹ ਵਰਤਣ ਲੱਗ ਜਾਂਦੇ ਆ। ਹੁਣ ਜਦੋਂ ਸਾਨੂੰ ਆਈਸੋਲੇਟ ਕਰਨਗੇ ਤੇ ਉੱਥੇ ਸਾਡੇ ਤੇ ਪ੍ਰੈਸ਼ਰ ਹੀ ਇੰਨਾ ਪੈ ਜਾਊਗਾ ਵੀ ਸਾਨੂੰ ਕਿਸੇ ਹੋਰ ਪਾਸੇ ਵੱਲ ਧੱਕ ਕੇ ਸਾਡੇ ਤੋਂ ਕੋਈ ਐਕਸ਼ਨ ਕਰਾਉਣਗੇ, ਤੇ ਉਹਦੇ ਤੇ ਜਿਹੜਾ ਰਿਐਕਸ਼ਨ ਲੈਣਗੇ ਉਹ ਹੋਊਗਾ ਵਾਇਲੈਂਸ। ਤੇ ਉਸ ਵਾਇਲੈਂਸ ਨੂੰ ਜਸਟੀਫਾਈ ਕਰਨਗੇ ਇਹ ਕਹਿ ਕੇ ਵੀ ਇਹ ਤਾਂ ਇੰਟਰਨੈਸ਼ਨਲ ਸੀ, ਇਹ ਤਾਂ ਦੇਸ਼ ਧਰੋਹੀ ਸੀ, ਇਹ ਪੁਰਾਣੀਆਂ ਖੇਡਾਂ ਇਹਨਾਂ ਦੀਆਂ।
ਪਰ ਲੋਕ ਸਿਆਣੇ ਆ ਤੇ ਅਸੀਂ ਪੁਰਾਣੇ ਵਰਤਾਰਿਆਂ ਤੋਂ ਵੀ ਸਿੱਖਿਆ, ਇਸ ਗੱਲ ਨਾਲ ਵੀ ਨਜਿੱਠਾਂਗੇ। ਇਸ ਕਰਕੇ ਹੀ ਮੈਂ ਕਿਹਾ ਨਾ, ਅਸੀਂ ਜੰਗ 'ਚ ਹਾਂ, ਅਸੀਂ ਮੇਲੇ 'ਚ ਨਹੀਂ ਆ, ਜਸ਼ਨ 'ਚ ਨਹੀਂ ਆ। ਸੋ ਜੇ ਉਹਨਾਂ ਨੇ ਕ੍ਰੈਕਡਾਊਨ ਬਿਨਾਂ ਵਜ੍ਹਾ ਕੀਤਾ, ਅੱਜ ਗੱਲ ਇੱਥੇ ਖੜੀ ਆ ਵੀ ਇੰਟਰਨੈਸ਼ਨਲ ਲੈਵਲ ਦੀ ਸਪੋਰਟ ਮਿਲ ਰਹੀ ਆ। ਸਾਨੂੰ ਵੀ ਇਹ ਦੇਖਣਾ ਪਊਗਾ ਵੀ ਸਾਡਾ ਇਹ ਜਿਹੜਾ ਸੰਘਰਸ਼ ਆ, ਇਹਨੂੰ ਐਡੇ ਜ਼ਿੰਮੇਵਾਰੀ ਨਾਲ ਹੈਂਡਲ ਕਰੀਏ ਤੇ ਇਹਨੂੰ ਐਪੀਸੈਂਟਰ ਬਣਾਈਏ, ਜਿੱਥੇ ਸਾਡੇ ਕੋਲ ਇੰਟਰਨੈਸ਼ਨਲ ਨੈਸ਼ਨਲ ਪਰਸਨੈਲਿਟੀਜ਼ ਆਉਣ, ਉਹ ਰਿਐਲਿਟੀ ਆ ਕੇ ਉਹਨਾਂ ਨੂੰ ਪਤਾ ਲੱਗੇ। ਜੇ ਫੌਜ ਹਮਲਾ ਕਰਦੀ ਹੈ ਤੇ ਦੀ ਪਲੈਨਿੰਗ ਕੀ ਕਹਿੰਦੇ ਕਿ ਸਭ ਚੁੱਪਚਾਪ ਜਾਣਗੇ ਜਾਂ ਲਾਠੀਆਂ ਚੁੱਕਣਗੇ? ਨਹੀਂ ਜੀ, ਦੇਖੋ ਗੱਲ ਐ ਆ, ਮੈਂ ਤੁਹਾਨੂੰ ਕਿਹਾ ਵੀ ਜਿਹੜਾ ਜਜ਼ਬਾ ਨਾ ਇੱਥੇ ਲੋਕਾਂ 'ਚ, ਅਸੀਂ ਪਹਿਲਾਂ ਤਾਂ ਕਿਸੇ ਦਾ ਨੁਕਸਾਨ ਨਹੀਂ ਹੋਣ ਦੇਣਾ। ਸਾਡੀ ਇਹ ਇੱਕ ਇੱਕ ਬੰਦਾ ਸਾਡੀ ਦੌਲਤ ਆ, ਧਰੋਹਰ ਆ ਸਾਡੀ, ਕਿਉਂਕਿ ਇਹ ਜਜ਼ਬੇ ਨੂੰ ਅਸੀਂ ਆਏ ਨਹੀਂ ਵੀ ਇੱਥੇ ਬਰਬਾਦ ਕਰ ਜਾਈਏ ਜਾਂ ਇੱਥੇ ਹੀ ਖਤਮ ਕਰਾ ਜਾਈਏ। ਇਹ ਜਜ਼ਬੇ ਨੂੰ ਅਸੀਂ ਵਾਪਸ ਲੈ ਕੇ ਜਾਣਾ, ਤੇ ਵਾਪਸ ਲੈ ਕੇ ਵੀ ਆਏ ਜਾਣਾ ਵੀ ਜਾਈਏ ਇਹ ਵੀ ਇੱਥੋਂ ਸਾਡੀ ਜਿੱਤ ਹੋਈ ਆ, ਨਿਰਾਸ਼ਾ ਵੀ ਨਹੀਂ ਲੈ ਕੇ ਜਾਣੀ। ਉਹ ਇਹੀ ਲੀਡਰਸ਼ਿਪ ਹੁੰਦੀ ਆ ਬਸ। ਹੁਣ ਨਿਰਾਸ਼ ਵੀ ਨਹੀਂ ਹੋਣ ਦੇਣਾ ਤੇ ਇਹਨਾਂ ਨੂੰ ਸੇਫ ਵੀ ਲੈ ਕੇ ਜਾਣਾ। ਹੁਣ ਲੀਡਰਸ਼ਿਪ ਦੀ ਜ਼ਿੰਮੇਵਾਰੀ ਇਹੀ ਆ। ਅੱਜ ਬਹੁਤ ਵੱਡਾ ਚੈਲੰਜ ਆ, ਜੇ ਉਹ ਕ੍ਰੈਕਡਾਊਨ ਕਰਦੇ ਆ ਤੇ ਅਸੀਂ ਉਸ ਕ੍ਰੈਕਡਾਊਨ ਨੂੰ ਕਿਵੇਂ ਨਹੀਂ ਹੋਣ ਦੇਣਾ, ਕਿਉਂਕਿ ਜੇ ਅਸੀਂ ਕਹੀਏ ਵੀ ਅਸੀਂ ਉਸ ਲਈ ਤਿਆਰ ਆ, ਅਸੀਂ ਏਡੇ ਗੈਰ ਜ਼ਿੰਮੇਦਾਰਾਨਾ ਨਹੀਂ ਹੋ ਸਕਦੇ। ਇੱਕ ਇੱਕ ਜਿਹੜੇ ਮਾਵਾਂ ਨੇ ਆਪਦੇ ਪੁੱਤ ਭੇਜੇ ਆ ਨਾ, ਉਹ ਸਾਡੀ ਜ਼ਿੰਮੇਵਾਰੀ ਆ ਉਹਨਾਂ ਨੂੰ ਵਾਪਸ ਲੈ ਕੇ ਜਾਣਾ। ਤੇ ਮੈਂ ਕਿਸਾਨ ਆਗੂਆਂ ਨੂੰ ਵੀ ਇਹ ਗੱਲ ਸਮਝਾਉਣ, ਮੈਂ ਇਹ ਗੱਲ ਇੱਥੋਂ ਅਪੀਲ ਕਰਦਾ ਵੀ ਇਸ ਜ਼ਿੰਮੇਵਾਰੀ ਨੂੰ ਸਮਝ ਲਿਓ ਤੁਸੀਂ। ਜੇ ਇਹਨੂੰ ਨਹੀਂ ਸਮਝਾਂਗੇ ਤੇ ਜੇ ਪੰਜਾਬ ਨੂੰ ਨਿਰਾਸ਼ ਕਰਕੇ ਜਾਂ ਹਰਿਆਣੇ ਨੂੰ ਨਿਰਾਸ਼ ਕਰਕੇ ਵਾਪਸ ਤੋਰਿਆ ਜਾਂ ਨੁਕਸਾਨ ਕਰਾ ਕੇ ਵਾਪਸ ਤੋਰਿਆ, ਤਾਂ ਉਹਦੇ ਸਿੱਟੇ ਕੀ ਹੋਣਗੇ ਤੁਸੀਂ ਸੋਚ ਨਹੀਂ ਸਕਦੇ। ਸੋ ਇਸ ਕਰਕੇ ਅੱਜ ਇੱਕ ਟੀਮ ਦੀ ਤਰ੍ਹਾਂ ਕੰਮ ਕਰੀਏ, ਸ਼ਰੀਕੇਬਾਜ਼ੀ 'ਚ ਨਾ ਪਈਏ, ਇੱਕ ਟੀਮ ਦੀ ਤਰ੍ਹਾਂ ਕੰਮ ਕਰਕੇ ਜਿਹੜੀਆਂ ਇੱਕ ਮੰਥਨ ਕਰੀਏ, ਸਾਡੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ, ਇਹਨੂੰ ਬ੍ਰੇਨਸਟਾਰਮ ਕਰੀਏ ਤੇ ਉਸ ਅਕੋਰਡਿੰਗਲੀ ਇਸ ਡੈਡਲੌਕ ਨੂੰ ਅਗਲੇ ਐਕਸ਼ਨ ਨੇ ਤੋੜਨਾ ਤੇ ਉਹ ਐਕਸ਼ਨ ਸਾਡੇ ਹੱਕ 'ਚ ਹੋਵੇ, ਐਕਸ਼ਨ ਸਾਡੇ ਅਗੇਂਸਟ ਨਾ ਹੋਵੇ। ਦੀਪ, ਤੁਹਾਡੇ ਤੇ ਪਰਸਨਲ ਸਵਾਲ ਕੀਤੇ ਜਾਂਦੇ, ਉਹ ਮਹਿਸੂਸ ਬੁਰਾ ਕਰਦੇ ਕਿ ਕੋਈ ਗੱਲ ਨਹੀਂ ਹੁਣ ਪੰਜਾਬ ਲਈ ਸਭ ਕੁਝ ਚੱਲੇਗਾ? ਨਹੀਂ ਜੀ, ਗੱਲ ਇਹ ਆ ਵੀ ਪਰਸਨਲ ਸਵਾਲ ਜਿੰਨੇ ਮਰਜ਼ੀ ਕਰ ਲੈਣ, ਪਰ ਜਦੋਂ ਤੁਹਾਡੇ ਅੰਦਰ ਸੱਚ ਹੁੰਦਾ ਨਾ, ਉਹ ਫਿਰ ਬੌਦਰ ਨਹੀਂ ਕਰਦੇ ਤੁਹਾਨੂੰ। ਜੇ ਤੁਸੀਂ ਕਿਤੇ ਝੂਠ ਹੋਵੋਗੇ ਫਿਰ ਤੁਸੀਂ ਉਹਨਾਂ ਨੂੰ ਕਾਊਂਟਰ ਵੀ ਕਰੋਗੇ, ਉਹ ਤੁਹਾਨੂੰ ਬੌਦਰ ਵੀ ਕਰਨਗੇ, ਤੁਹਾਨੂੰ ਉਹ ਅੰਦਰੋਂ ਕਿਵੇਂ ਨਾ ਕਿਵੇਂ ਡਿਸਟਰਬ ਕਰ ਜਾਣਗੇ। ਪਰ ਜਦੋਂ ਮੈਂ ਇੱਕੋ ਹੀ ਗੱਲ ਸੋਚ ਕੇ ਚੱਲਦਾ ਵੀ ਜੇ ਅੰਦਰ ਸੱਚ ਆ, ਫਿਰ ਇਹਨਾਂ ਗੱਲਾਂ ਦਾ ਕੋਈ ਬੌਦਰੇਸ਼ਨ ਨਹੀਂ ਆ। ਮੈਂ ਤੁਹਾਨੂੰ ਇੱਕ ਬਾਕਮਾਲ ਗੱਲ ਦੱਸਦਾ, ਫਿਰ ਗੱਲ ਉੱਥੇ ਹੀ ਆ ਜਾਂਦੀ ਆ ਮੁੜ ਕੇ। ਦੇਖੋ, ਪ੍ਰਮਾਤਮਾ ਦਾ ਵਰਤਾਰਾ ਦੇਖਦੇ ਆਪਾਂ। ਜਿਹੜੇ ਟਰੈਕਟਰ ਤੇ ਅਸੀਂ ਨੰਗੇ ਸ਼ੰਭੂ ਬਾਰਡਰ ਤੋੜ ਕੇ, ਉਹ ਟਰੈਕਟਰ ਨਾ ਅਸੀਂ ਬੁਲਾਇਆ ਸੀ ਨਾ ਸਾਡਾ ਸੀ, ਕਿਸੇ ਜਥੇਬੰਦੀ ਦਾ ਟਰੈਕਟਰ ਸੀ, ਜੌਨ ਡੇਅਰ ਟਰੈਕਟਰ ਸੀ, ਤੇ ਅੱਗੇ ਉਹਦੇ ਇੱਕ ਝੰਡਾ ਲੱਗਿਆ ਹੋਇਆ ਕੇਸਰੀ ਰੰਗ ਦਾ, ਉਹਦੇ ਤੇ ਖੰਡਾ ਬਣਿਆ। ਅੱਛਾ, ਫਿਰ ਉਹ ਟਰੈਕਟਰ ਤੇ ਮੈਂ ਬੈਠ ਕੇ ਉਹਦੇ ਮਰਗਾੜ ਤੇ ਆਉਂਦੇ ਰਹੇ, ਤੇ ਇੱਕ ਨਾ ਉਹਦੇ 'ਚ ਅੱਗੇ ਫੋਟੋ ਘੁੰਮ ਰਹੀ ਆ, ਘੁੰਮ ਰਹੀ ਆ, ਤੇ ਉਹਨੂੰ 20 ਕਿਲੋਮੀਟਰ ਜਾਣ ਤੋਂ ਬਾਅਦ ਮੇਰਾ ਫੋਟੋ ਤੇ ਧਿਆਨ ਗਿਆ ਤੇ ਉਹ ਸੰਤਾਂ ਦੀ ਫੋਟੋ। ਹੁਣ ਪਹਿਲਾ ਟਰੈਕਟਰ, ਉਹ ਫੋਟੋ ਘੁੰਮ ਰਹੀ ਆ, ਸਿੰਬੋਲਿਕ ਦੇਖੋ। ਜਿਹੜੇ ਬੰਦਿਆਂ ਤੋਂ ਇਹ ਮੁਨਕਰ ਹੁੰਦੇ ਆ, ਜਿਨ੍ਹਾਂ ਸ਼ਹਾਦਤਾਂ ਤੋਂ ਇਹਨਾਂ ਨੂੰ ਲੱਗਦਾ ਕੁਝ ਫਾਇਦਾ ਨਹੀਂ ਹੋਇਆ, ਆਹ ਦੇਖੋ, ਆਹ ਫਾਇਦਾ ਹੁੰਦਾ। ਲਹਿਰਾਂ ਉਹਨਾਂ ਸ਼ਹਾਦਤਾਂ ਦੇ ਆਧਾਰ ਤੇ ਉੱਠਦੀਆਂ ਹੁੰਦੀਆਂ। ਪਰ ਇਸ ਚੀਜ਼ ਤੋਂ ਅਸੀਂ ਮੁਨਕਰ ਨਾ ਹੋਈਏ। ਜਿਹੜੇ ਸਾਡੀਆਂ ਸ਼ਖਸੀਅਤਾਂ ਨੇ, ਜਿਹੜੇ ਸਾਡੇ ਉਹ ਸ਼ਹੀਦਾਂ ਨੇ ਸਾਡੇ ਲਈ ਕਮਾਈਆਂ ਕਰਕੇ ਦਿੱਤੀਆਂ ਨਾ, ਉਹ ਕਮਾਈਆਂ ਵਿਅਰਥ ਨਹੀਂ ਜਾਂਦੀਆਂ ਹੁੰਦੀਆਂ। ਅੱਜ ਉਹੀ ਟਰੈਕਟਰ ਖੜਾ ਤੇ ਕਿਸਾਨਾਂ ਨੇ ਉਹਦੇ ਤੇ ਹੀ ਆਪਦੀ ਸਟੇਜ ਬਣਾਈ ਹੋਈ ਆ। ਇਹ ਹੈ ਕਿ ਨਹੀਂ ਬਾਕਮਾਲ ਗੱਲ? ਹੁਣ ਸਾਨੂੰ ਕਹਿ ਦਈਏ ਵੀ ਉਹ ਪ੍ਰਮਾਤਮਾ ਦਾ, ਮਹਾਰਾਜ ਦਾ ਵਰਤਾਰਾ ਨਹੀਂ ਹੈ, ਗੁਰੂ ਨਾਨਕ ਸਾਹਿਬ ਦਾ, ਉਹਨਾਂ ਦਾ ਹੀ ਵਰਤਾਰਾ ਹੈ, 10ਵੇਂ ਪਾਤਸ਼ਾਹ ਦਾ ਹੀ ਵਰਤਾਰਾ। ਅਸੀਂ ਵਾਰ-ਵਾਰ ਸੋਚਦੇ ਹਾਂ ਕਿ 84 ਚ ਹੋਇਆ, ਕੁਝ ਸਬਕ ਸਿੱਖਿਆ ਨਾ ਸਿੱਖਿਆ, ਇਹ ਦਿਖ ਗਿਆ ਕਿ ਹਾਂ ਵੀ ਉਹ ਜਿਹੜੇ ਬਹੁਤ ਕੁਝ ਸਾਨੂੰ ਮਿਲਿਆ, ਜੋ ਦਿਲਾਂ ਵਿੱਚ ਛੱਡ ਗਿਆ ਹੈ। ਅੱਜ ਨੌਜਵਾਨ ਦੇਖ ਕੇ ਵੀ ਲੱਗਦਾ ਹੈਗਾ ਕਿ ਵੀ ਕਮਾਲ ਹੈ, ਮਤਲਬ ਇਹਨਾਂ ਨਾਲ ਹਰ ਇੱਕ ਨਾਲ ਗੱਲ ਕਰਕੇ ਮਜ਼ਾ ਆ ਜਾਂਦਾ ਹੈ। ਬਿਲਕੁਲ। ਦੇਖੋ, ਜੇ ਉਹ ਸ਼ਖਸੀਅਤਾਂ ਨਾ ਹੁੰਦੀਆਂ ਤੇ ਸੰਤ ਨਾ ਹੁੰਦੇ, ਅਸੀਂ ਤਾਂ ਜਾਗਣਾ ਹੀ ਨਹੀਂ ਸੀ ਨਾ। ਸਾਨੂੰ ਬਹੁਤ ਵੱਡੀ ਇੱਕ ਉਹਨਾਂ ਦੀ ਦੇਣ ਆ ਵੀ ਜਗਾ ਗਏ। ਜਿਵੇਂ ਮੈਂ ਕਿਹਾ, ਤੇ ਫਿਰ ਅਸੀਂ ਇੱਕ ਜਗ੍ਹਾ ਜਾ ਕੇ ਦਿਮਾਗ ਤੋਂ ਨਹੀਂ, ਖੂਨ ਤੋਂ ਸੋਚਣ ਲੱਗ ਜਾਂਦੇ ਆ। ਪਰ ਲੀਡਰਸ਼ਿਪ ਦੀ ਰਿਸਪੌਂਸਿਬਿਲਟੀ ਆਮ ਇਨਸਾਨਾਂ ਤੋਂ ਜ਼ਿਆਦਾ ਹੋਣੀ ਚਾਹੀਦੀ ਆ। ਉਹਨਾਂ ਨੂੰ ਆਮ ਇਨਸਾਨਾਂ ਵਾਂਗ ਲੀਡਰ ਨਹੀਂ ਸੋਚ ਸਕਦੇ, ਉਹਨਾਂ ਤੋਂ ਉੱਤੇ ਸੋਚਣਾ ਪੈਂਦਾ। ਸੋ ਲੀਡਰ ਇੱਕ ਵੱਖਰੀ ਤਰ੍ਹਾਂ ਨਾਲ ਬਿਹੇਵ ਕਰੂਗਾ, ਵੱਖਰੀ ਤਰ੍ਹਾਂ ਦੀ ਸੋਚ ਰੱਖੂਗਾ ਤੇ ਰਿਸਪੌਂਸਿਬਿਲਟੀ, ਸੈਂਸ ਆਫ ਰਿਸਪੌਂਸਿਬਿਲਟੀ ਨੂੰ ਸਮਝੂਗਾ ਵੀ ਅਸੀਂ ਕਿਸ ਤਰ੍ਹਾਂ ਆਪਦੀ ਇਹਨਾਂ ਬੰਦਿਆਂ ਨੂੰ, ਆਪਦੀ ਦੌਲਤ, ਆਪਦੀ ਧਰੋਹਰ ਨੂੰ ਬਚਾ ਕੇ ਵਾਪਸ ਲਿਜਾਣਾ।
ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਮੈਨੂੰ ਇਹ ਨੌਜਵਾਨਾਂ ਨਾਲ ਘੁੰਮ ਕੇ ਥੋੜਾ ਗੁੱਸਾ ਉਹਨਾਂ ਦਾ ਸਮਝ ਆਉਂਦਾ ਸੀਗਾ, ਸੋ ਮੈਂ ਤੁਹਾਡੇ ਤੋਂ ਸਵਾਲ ਵੀ ਪੁੱਛ ਲਏ। ਪਰ ਮੈਂ ਵੀ ਦੀਪ ਨਾਲ ਆਈ ਥਿੰਕ ਜਦੋਂ ਦੀਪ ਦਾ ਟਰਾਂਸਫੋਰਮੇਸ਼ਨ ਚੱਲੀ ਹੈ, ਵਾਰ-ਵਾਰ ਮਿਲਦੀ ਹਾਂ ਤਾਂ ਮੈਨੂੰ ਵੀ ਕੁਝ ਲੱਗਦਾ ਕਿ ਦੀਪ ਵਿੱਚ ਕੁਝ ਨਿਕਲ ਕੇ ਆ ਰਿਹਾ। ਸੋ ਅੱਜ ਇਹ ਬੜਾ ਚੰਗੀ ਗੱਲ ਲੱਗੀ ਕਿ ਉਹ ਪਿੱਛੇ ਲੈ ਕੇ ਗਰਾਊਂਡ ਲੈਵਲ ਤੇ ਕੰਮ ਕਰਨ ਨੂੰ ਤਿਆਰ ਹੈ। ਸੋ ਦਿਸ ਇਜ਼ ਅ ਗੁੱਡ ਸਾਈਨ। ਬਾਕੀ ਸਾਰੇ ਇੱਥੇ ਆ, ਸਮਾਂ ਦੱਸੇਗਾ ਕੀ ਹੁੰਦਾ ਹੈ ਕੀ ਨਹੀਂ ਹੁੰਦਾ। ਸੋ ਜੁੜੇ ਰਹੋ, ਜਿੱਤ ਕੇ ਆਓ ਐਂਡ ਅਸੀਂ ਤੁਹਾਡੇ ਨਾਲ ਰਵਾਂਗੇ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ।